Welcome, students. Today's topic is A President Speaks. This is chapter number 5 from your book A Panorama of Life for 10 plus 1 Punjab School Education Board. So, any person from any board, if this is in your syllabus, I'm sure this video is going to help you understand this chapter. So, let's start with the introduction. This inspiring speech was delivered by President APJ Abdul Kalam, a scholar and scientist of world renown in Hyderabad. ਸੋ ਇਹ ਜਿਹੜਾ ਚੈਪਟਰ ਹੈ ਇਹ ਅਸਲ 'ਚ ਇੱਕ ਸਪੀਚ ਹੈ, ਠੀਕ ਹੈ, ਇੱਕ ਸਪੀਚ ਹੈ ਜਿਹੜੀ ਕਿ ਇੰਸਪਾਇਰਿੰਗ ਹੈ, ਸਾਨੂੰ ਇੰਸਪਾਇਰ ਕਰਨ ਵਾਲੀ ਹੈ ਤੇ ਇਹ ਪ੍ਰੈਜ਼ੀਡੈਂਟ APJ ਅਬਦੁਲ ਕਲਾਮ ਦੁਆਰਾ ਦਿੱਤੀ ਗਈ ਹੈ ਸਪੀਚ, ਜਿਹੜੇ ਕਿ ਇੱਕ ਸਕਾਲਰ ਸੀਗੇ ਤੇ ਇੱਕ ਸਾਇੰਟਿਸਟ ਸੀਗੇ, ਪੂਰੀ ਦੁਨੀਆ ਦੇ ਵਿੱਚ ਰਿਨਾਊਂਡ ਸੀਗੇ, ਪੂਰੀ ਦੁਨੀਆ ਉਹਨਾਂ ਨੂੰ ਜਾਣਦੀ ਸੀਗੀ ਐਜ਼ ਸਾਇੰਟਿਸਟ। ਤੇ ਇਹ ਸਪੀਚ ਕਿੱਥੇ ਦਿੱਤੀ ਗਈ ਹੈ? ਹੈਦਰਾਬਾਦ ਦੇ ਵਿੱਚ। He was a human being with the keen perception and sensitivity to human want and suffering. ਠੀਕ ਹੈ, ਉਹ ਇੱਕ ਇਹੋ ਜਿਹੇ ਇਨਸਾਨ ਸੀਗੇ ਜਿਹੜੇ ਕਿ ਬਹੁਤ ਹੀ ਸੈਂਸਿਟਿਵ ਸੀਗੇ, ਠੀਕ ਹੈ, ਕੀਨ ਪਰਸੈਪਸ਼ਨ ਦੇ ਸੀਗੇ, ਠੀਕ ਹੈ, ਚੀਜ਼ਾਂ ਨੂੰ ਬਹੁਤ ਡੂੰਘਾਈ ਨਾਲ ਸਮਝਣ ਵਾਲੇ ਤੇ ਉਤਸੁਕ ਰਹਿਣ ਵਾਲੇ, ਠੀਕ ਹੈ, ਤੇ ਹਿਊਮਨਸ ਦੇ ਵਾਸਤੇ ਸੈਂਸਿਟਿਵ ਸੀਗੇ ਬਹੁਤ, ਹਿਊਮਨ ਦੀਆਂ ਵਾਂਟਸ ਤੇ ਸਫਰਿੰਗਸ ਨੂੰ ਲੈ ਕੇ, ਇਨਸਾਨ ਦੀਆਂ ਜ਼ਰੂਰਤਾਂ ਨੂੰ ਲੈ ਕੇ ਤੇ ਸਫਰਿੰਗਸ ਮੀਨਸ ਜੋ ਵੀ ਉਹ ਜਿਹੜੀਆਂ ਚੀਜ਼ਾਂ 'ਚੋਂ ਲੰਘਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਜਿਹੜੀਆਂ ਚੀਜ਼ਾਂ 'ਚੋਂ ਉਹ ਗੁਜ਼ਰਦੇ ਨੇ ਉਹਨਾਂ ਚੀਜ਼ਾਂ ਨੂੰ ਲੈ ਕੇ ਉਹ ਬਹੁਤ ਸੈਂਸਿਟਿਵ ਸੀਗੇ। Various distinctions and awards from the various milestones of his outstanding life. ਉਹਨਾਂ ਨੂੰ ਬਹੁਤ ਸਾਰੇ ਅਵਾਰਡ ਮਿਲੇ ਸੀਗੇ, ਠੀਕ ਹੈ, ਉਹਨਾਂ ਨੂੰ ਬਹੁਤ ਸਾਰੀਆਂ ਡਿਸਟਿੰਕਸ਼ਨਸ ਮੀਨਸ ਐਕਸਟਰਾordinary ਕੰਮ ਕਰਨ 'ਤੇ ਜਿੱਦਾਂ ਆਪਾਂ ਨੂੰ ਡਿਸਟਿੰਕਸ਼ਨਸ ਮਿਲਦੀਆਂ ਨੇ ਉਹ ਮਿਲੀਆਂ ਸੀਗੀਆਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ। ਇਨ 1997 ਹੀ ਵਾਜ਼ ਅਵਾਰਡਡ ਭਾਰਤ ਰਤਨ, the highest civilian honor of the country. ਦੇਸ਼ ਦਾ ਜਿਹੜਾ ਸਭ ਤੋਂ ਵੱਡਾ ਅਵਾਰਡ ਜੇ ਕਿਸੇ ਨਾਗਰਿਕ ਨੂੰ ਮਿਲ ਸਕਦਾ ਹੈ ਉਹ ਵਾਲਾ ਅਵਾਰਡ ਭਾਰਤ ਰਤਨ ਉਹਨਾਂ ਨੂੰ 1997 ਦੇ ਵਿੱਚ ਮਿਲਿਆ ਸੀਗਾ। His stay in the Rashtrapati Bhavan was marked by a childlike indifference to conventions. It is interesting to note that his site on the internet is dedicated to Mother, Father, Teacher and Almighty. One can learn a great deal from his other speeches too. ਸੋ ਉਹ ਰਾਸ਼ਟਰਪਤੀ ਭਵਨ ਦੇ ਵਿੱਚ ਰਹੇ ਤੇ ਜਦੋਂ ਉਹ ਰਾਸ਼ਟਰਪਤੀ ਸੀਗੇ ਦੇਸ਼ ਦੇ ਤੇ ਉਹਨਾਂ ਦੀ ਜਿਹੜੀ ਇੰਟਰਨੈਟ ਤੇ ਸਾਈਟ ਹੈ ਉਹ ਮਦਰ, ਫਾਦਰ, ਟੀਚਰ ਤੇ ਅਲਮਾਈਟੀ ਗੋਡ ਨੂੰ ਡੈਡੀਕੇਟਡ ਹੈ ਤੇ ਉਹਨਾਂ ਦੀਆਂ ਸਾਰੀਆਂ ਸਪੀਚਸ ਤੋਂ ਬੰਦਾ ਕੁਛ ਨਾ ਕੁਛ ਸਿੱਖ ਸਕਦਾ ਹੈ। ਚਲੋ ਸਟਾਰਟ ਕਰਦੇ ਹਾਂ ਚੈਪਟਰ। ਹੁਣ ਇਹ ਸਾਰਾ ਚੈਪਟਰ ਜਿਹੜਾ ਆ ਇਹ ਇੱਕ ਤਰ੍ਹਾਂ ਦੀ ਸਪੀਚ ਹੈ। ਸੋ APJ ਅਬਦੁਲ ਕਲਾਮ ਇਹ ਸਪੀਚ ਬੋਲ ਰਹੇ ਨੇ। I have three visions for India. In 3000 years of our history, people from all over the world have come and invaded us, captured our lands, conquered our minds. ਉਹ ਕਹਿੰਦੇ ਕਿ ਮੇਰੇ ਦਿਮਾਗ ਦੇ ਵਿੱਚ 3 ਵਿਜ਼ਨਸ ਨੇ ਇੰਡੀਆ ਨੂੰ ਲੈ ਕੇ, 3 ਨਜ਼ਰੀਏ ਨੇ। ਕਹਿੰਦਾ ਪਿਛਲੇ 3000 ਸਾਲਾਂ ਤੋਂ ਸਾਡੀ ਹਿਸਟਰੀ ਦੇ ਵਿੱਚ ਪੂਰੀ ਦੁਨੀਆ 'ਚੋਂ ਲੋਕੀ ਆਏ ਤੇ ਉਹਨਾਂ ਨੇ ਸਾਨੂੰ ਇਨਵੇਡ ਕੀਤਾ ਮਤਲਬ ਸਾਡੇ ਤੇ ਇੱਕ ਤਰ੍ਹਾਂ ਨਾਲ ਕਬਜ਼ਾ ਕੀਤਾ ਆ ਕੇ। ਕੈਪਚਰਡ ਆਵਰ ਲੈਂਡਸ, ਸਾਡੀਆਂ ਜਿਹੜੀਆਂ ਲੈਂਡਸ ਸੀਗੀਆਂ, ਜ਼ਮੀਨਾਂ ਸੀਗੀਆਂ ਉਹਨਾਂ 'ਤੇ ਕਬਜ਼ਾ ਕਰ ਲਿਆ। ਕੌਨਕੁਅਰਡ ਆਵਰ ਮਾਈਂਡਸ, ਤੇ ਸਾਡੇ ਜਿਹੜੇ ਮਾਈਂਡ ਸੀ, ਦਿਮਾਗ ਸੀਗੇ, ਉੱਥੋਂ ਤੱਕ ਕਿ ਉਹਨਾਂ ਨੂੰ ਵੀ ਗੁਲਾਮ ਬਣਾ ਲਿਆ। From Alexander onwards, the Greeks, the Turks, the Mughals, the Portuguese, the British, the French, the Dutch, all of them came and looted us, took over what was ours. ਫਿਰ ਉਹ ਕਹਿ ਰਹੇ ਨੇ ਕਿ ਇਹ ਸਾਰੇ ਲੋਕ ਜਿਹੜੇ ਨੇ ਅਲੈਗਜ਼ੈਂਡਰ ਤੋਂ ਲੈ ਕੇ ਗ੍ਰੀਕ, ਤੁਰਕ, ਮੁਗਲ, ਪੋਰਟੁਗੀਜ਼, ਬ੍ਰਿਟਿਸ਼, ਫਰੈਂਚ, ਡੱਚ, ਇਹ ਸਾਰੇ ਆਏ ਤੇ ਇਹਨਾਂ ਨੇ ਸਾਨੂੰ ਲੁੱਟਿਆ ਤੇ ਜੋ ਵੀ ਸਾਡੇ ਕੋਲ ਸੀਗਾ ਉਹ ਸਾਰਾ ਕੁਝ ਉਹਨਾਂ ਨੇ ਲੈ ਲਿਆ। Yet we have not done this to any other nation. ਫਿਰ ਵੀ ਅਸੀਂ ਇੱਦਾਂ ਕਦੇ ਨਹੀਂ ਕੀਤਾ ਕਿਸੇ ਵੀ ਨੇਸ਼ਨ ਨਾਲ। We have not conquered anyone. ਅਸੀਂ ਕਿਸੇ ਤੇ conquer ਨਹੀਂ ਕੀਤਾ, ਕਿਸੇ ਤੇ ਚੜ੍ਹਾਈ ਨਹੀਂ ਕੀਤੀ। We have not grabbed their lands. ਅਸੀਂ ਕਿਸੇ ਦੀਆਂ ਜ਼ਮੀਨਾਂ ਨਹੀਂ ਹੜੱਪੀਆਂ। Their culture, ਨਾ ਹੀ ਅਸੀਂ ਉਹਨਾਂ ਦੇ ਕਲਚਰ 'ਚ ਜਾ ਕੇ ਕੋਈ ਇੰਟਰਫੇਰੈਂਸ ਕੀਤੀ। Their history and try to enforce our way of life on them. ਵਾਈ? ਉਹ ਕਹਿੰਦੇ ਅਸੀਂ ਕਿਸੇ 'ਤੇ ਜਾ ਕੇ ਧਾਵਾ ਨਹੀਂ ਬੋਲਿਆ, ਨਾ ਹੀ ਉਹਨਾਂ ਦੀਆਂ ਜ਼ਮੀਨਾਂ ਹੜੱਪੀਆਂ, ਨਾ ਹੀ ਕਿਸੇ ਦਾ ਕਲਚਰ, ਹਿਸਟਰੀ ਕਿਸੇ ਦੀ 'ਤੇ ਆਪਾਂ ਜਾ ਕੇ ਹਾਵੀ ਹੋਏ ਹਾਂ, ਅਤੇ ਆਪਣਾ ਲਾਈਫ ਸਟਾਈਲ ਵੀ ਕਦੇ ਉਹਨਾਂ 'ਤੇ ਨਹੀਂ ਥੋਪਿਆ। ਇੱਦਾਂ ਕਿਉਂ?
ਦਿਸ ਇਜ਼ ਬਿਕੋਜ਼ ਵੀ ਰਿਸਪੈਕਟ ਦ ਫਰੀडम ਆਫ ਅਦਰਸ। ਇੱਦਾਂ ਇਸ ਲਈ ਹੈ ਕਿਉਂਕਿ ਅਸੀਂ ਲੋਕਾਂ ਦੀ ਆਜ਼ਾਦੀ ਦੀ ਰਿਸਪੈਕਟ ਕਰਦੇ ਹਾਂ। ਦਿਸ ਇਜ਼ ਵਾਈ ਮਾਈ ਫਸਟ ਵਿਜ਼ਨ ਇਜ਼ ਦੈਟ ਆਫ ਫਰੀडम। ਇਸ ਲਈ ਕਹਿੰਦੇ ਜਿਹੜੀ ਮੇਰੀ ਪਹਿਲੀ ਵਿਜ਼ਨ ਹੈ, ਉਹਨਾਂ ਨੇ ਕਿਹਾ ਨਾ 3 ਨਜ਼ਰੀਏ ਨੇ, ਸੋ ਸਭ ਤੋਂ ਜਿਹੜਾ ਪਹਿਲਾ ਨਜ਼ਰੀਆ ਉਹ ਹੈਗਾ ਫਰੀडम। I believe that India got its first vision of this in 1857 when we started the War of Independence। ਕਹਿੰਦੇ 1857 ਜਦੋਂ ਆਪਾਂ War of Independence ਪਹਿਲੀ ਵਾਰੀ ਸ਼ੁਰੂ ਕੀਤੀ ਸੀ, ਇੰਡੀਆ ਦੇ ਕੋਲ ਇਹ ਨਜ਼ਰੀਆ ਉਦੋਂ ਦਾ ਹੈ, ਫਰੀडम ਦਾ ਨਜ਼ਰੀਆ। It is this freedom that we must protect and nurture and build on. If we are not free, no one will respect us। ਉਹ ਕਹਿੰਦੇ ਕਿ ਇਹੀ ਜਿਹੜੀ ਫਰੀडम ਹੈ, ਜਿਹੜਾ ਨਜ਼ਰੀਆ ਸਾਨੂੰ 1857 ਵਿੱਚ ਮਿਲਿਆ ਸੀ, ਸਾਨੂੰ ਚਾਹੀਦਾ ਹੈ ਅਸੀਂ ਉਹਨੂੰ ਪ੍ਰੋਟੈਕਟ ਕਰੀਏ ਤੇ ਨਰਚਰ ਕਰੀਏ, ਹੋਰ ਉਹਨੂੰ ਵਧਾਈਏ ਤੇ ਇਹਨੂੰ ਬਿਲਡ ਕਰੀਏ। ਜੇ ਅਸੀਂ ਫ੍ਰੀ ਨਹੀਂ ਹੋਵਾਂਗੇ ਤੇ ਕੋਈ ਵੀ ਸਾਡੀ ਰਿਸਪੈਕਟ ਨਹੀਂ ਕਰੇਗਾ। ਮਾਈ ਸੈਕਿੰਡ ਵਿਜ਼ਨ ਫॉर ਇੰਡੀਆ ਇਜ਼ ਡਿਵੈਲਪਮੈਂਟ। ਠੀਕ ਹੈ, ਪਹਿਲੀ ਵਿਜ਼ਨ ਦੀ ਗੱਲ ਹੋਗੀ ਫਰੀडम, ਦੂਸਰੀ ਜਿਹੜੀ ਵਿਜ਼ਨ ਹੈ ਹੈਗੀ ਹੈ ਡਿਵੈਲਪਮੈਂਟ। ਫॉर 50 years we have been a developing nation। ਉਹ ਕਹਿੰਦੇ ਪਿਛਲੇ 50 ਸਾਲਾਂ ਤੋਂ ਅਸੀਂ ਡਿਵੈਲਪਿੰਗ ਨੇਸ਼ਨ ਆ, ਅਸੀਂ ਉਹ ਨੇਸ਼ਨ ਆ ਜਿਹੜਾ ਤਰੱਕੀ ਕਰ ਰਿਹਾ ਆ। ਇਟ ਇਜ਼ ਟਾਈਮ ਵੀ ਸੀ ਆਵਰਸੈਲਵਸ ਐਜ਼ ਅ ਡਿਵੈਲਪਡ ਨੇਸ਼ਨ। ਹੁਣ ਟਾਈਮ ਆ ਗਿਆ ਆ ਕਿ ਅਸੀਂ ਆਪਣੇ ਆਪ ਨੂੰ ਡਿਵੈਲਪਡ ਨੇਸ਼ਨ ਦੀ ਤਰ੍ਹਾਂ ਦੇਖੀਏ, ਆਪਣੇ ਆਪ ਨੂੰ ਤਰੱਕੀ ਕਰ ਚੁੱਕੇ ਦੇਸ਼ ਵਾਂਗ ਦੇਖੀਏ। We are among top 5 nations of the world in terms of GDP। GDP ਹੁੰਦੀ ਹੈ ਜਿਹਦੇ ਆਧਾਰ ਤੇ ਆਪਾਂ ਦੇਸ਼ ਦੀ ਗਰੋਥ ਨਾਪਦੇ ਹਾਂ। ਠੀਕ ਹੈ, ਸੋ ਉਹ ਕਹਿੰਦੇ ਨੇ ਕਿ ਅਸੀਂ ਦੁਨੀਆ 'ਚ ਪਹਿਲੇ 5 ਨੇਸ਼ਨਸ 'ਚ GDP ਦੇ ਆਧਾਰ ਤੇ। We have 10% growth rate in most areas। ਤੇ ਬਾਕੀ ਹੋਰ ਬਹੁਤ ਸਾਰੇ ਏਰੀਆਜ਼ ਦੇ ਵਿੱਚ ਅਸੀਂ 10% ਗਰੋਥ ਰੇਟ ਹੈ, ਹਰ ਸਾਲ ਅਸੀਂ 10% ਗਰੋ ਕਰਦੇ ਹਾਂ। ਆਵਰ ਪੋਵਰਟੀ ਲੈਵਲਸ ਆਰ ਫੋਲਿੰਗ। ਸਾਡੇ ਦੇਸ਼ 'ਚ ਗਰੀਬੀ ਜਿਹੜੀ ਹੈ ਉਹ ਘਟ ਰਹੀ ਹੈ। ਆਵਰ ਅਚੀਵਮੈਂਟਸ ਆਰ ਬੀਇੰਗ ਗਲੋਬਲੀ ਰਿਕਗਨਾਈਜ਼ਡ ਟੂਡੇ। ਤੇ ਪੂਰੀ ਦੁਨੀਆ ਦੇ ਵਿੱਚ ਸਾਡੀਆਂ ਜਿਹੜੀਆਂ ਅਚੀਵਮੈਂਟਸ ਨੇ, ਸਾਡੀਆਂ ਜਿਹੜੀਆਂ ਪ੍ਰਾਪਤੀਆਂ ਨੇ, ਉਹਨਾਂ ਨੂੰ ਮੰਨਿਆ ਜਾਣ ਲੱਗਾ ਹੈ। Yet we lack the self confidence to see ourselves as a developed nation, self reliant and self assured। Isn't this incorrect? ਉਹ ਕਹਿੰਦੇ ਫਿਰ ਵੀ ਸਾਡੇ 'ਚ ਇੰਨਾ ਸੈਲਫ ਕੌਨਫੀਡੈਂਸ ਨਹੀਂ ਹੈਗਾ ਕਿ ਅਸੀਂ ਆਪਣੇ ਆਪ ਨੂੰ ਡਿਵੈਲਪਡ ਨੇਸ਼ਨ ਦੀ ਤਰ੍ਹਾਂ ਦੇਖੀਏ, ਜਾਂ ਇਹ ਸੋਚੀਏ ਕਿ ਅਸੀਂ ਸੈਲਫ ਰਿਲਾਇੰਟ ਹਾਂ, ਮਤਲਬ ਆਪਣੇ ਆਪ ਤੋਂ ਹੀ ਅਸੀਂ ਸਾਰਾ ਕੁਝ ਪੈਦਾ ਕਰਦੇ ਹਾਂ, ਅਸੀਂ ਆਪਣੇ ਆਪ 'ਤੇ ਹੀ ਡਿਪੈਂਡੈਂਟ ਹਾਂ, ਕਿਸੇ 'ਤੇ ਡਿਪੈਂਡੈਂਟ ਨਹੀਂ ਹੈਗੇ। ਸੈਲਫ ਅਸ਼ਿਓਰਡ ਕਿ ਅਸੀਂ ਆਪਣੇ ਲਈ ਖੜੇ ਹੋ ਸਕਦੇ ਹਾਂ, ਸਾਨੂੰ ਜ਼ਰੂਰਤ ਪੈਣ 'ਤੇ ਅਸੀਂ ਆਪਣੀ ਰੱਖਿਆ ਵੀ ਕਰ ਸਕਦੇ ਹਾਂ। ਆਈ ਹੈਵ ਅ ਥਰਡ ਵਿਜ਼ਨ। ਫਿਰ ਉਸ ਤੋਂ ਬਾਅਦ ਉਹ ਥਰਡ ਵਿਜ਼ਨ ਦੀ ਗੱਲ ਕਰਦੇ ਨੇ, ਇੰਡੀਆ ਮਸਟ ਸਟੈਂਡ ਅਪ ਟੂ ਦ ਵਰਲਡ ਬਿਕੋਜ਼ ਆਈ ਬਿਲੀਵ ਦੈਟ ਅਨਲੈਸ ਇੰਡੀਆ ਸਟੈਂਡਸ ਅਪ ਟੂ ਦ ਵਰਲਡ ਨੋ ਵਨ ਵਿਲ ਰਿਸਪੈਕਟ ਅਸ। ਉਹ ਕਹਿੰਦੇ ਇੰਡੀਆ ਨੂੰ ਆਪਣੇ ਆਪ ਲਈ ਖੜਾ ਹੋਣਾ ਪਏਗਾ, ਸਟੈਂਡ ਅਪ ਕਰਨਾ ਪਏਗਾ। ਥਰਡ ਵਿਜ਼ਨ ਹੈ ਕਿ ਇੰਡੀਆ ਨੂੰ ਸਟੈਂਡ ਅਪ ਹੋਣਾ ਪਏਗਾ, ਖੜਾ ਹੋਣਾ ਪਏਗਾ, ਕਿਉਂਕਿ ਜੇ ਅਸੀਂ ਆਪਣੇ ਆਪ ਲਈ ਖੜੇ ਨਹੀਂ ਹੋਵਾਂਗੇ ਤੇ ਕੋਈ ਸਾਡੀ ਰਿਸਪੈਕਟ ਨਹੀਂ ਕਰੇਗਾ। ਓਨਲੀ ਸਟਰੈਂਥ ਰਿਸਪੈਕਟਸ ਸਟਰੈਂਥ। ਸਿਰਫ ਜਿਹੜੀ ਤਾਕਤ ਹੈ ਉਹੀ ਤਾਕਤ ਦੀ ਰਿਸਪੈਕਟ ਕਰਦੀ ਹੈ। ਜੇ ਸਾਡੇ ਕੋਲ ਖੜੇ ਹੋਣ ਦੀ ਤਾਕਤ ਹੋਏਗੀ ਤਾਂ ਪੂਰੀ ਦੁਨੀਆ ਸਾਡੀ ਇਹ ਸਟਰੈਂਥ ਨੂੰ ਰਿਸਪੈਕਟ ਕਰੇਗੀ। ਵੀ ਮਸਟ ਬੀ ਸਟਰੋਂਗ ਨਾਟ ਓਨਲੀ ਐਜ਼ ਅ ਮਿਲੀਟਰੀ ਪਾਵਰ ਬਟ ਆਲਸੋ ਐਜ਼ ਐਨ ਇਕਨੋਮਿਕ ਪਾਵਰ। ਉਹ ਕਹਿੰਦੇ ਸਿਰਫ ਮਿਲੀਟਰੀ ਨਹੀਂ, ਸਿਰਫ ਮੈਂ ਇਹ ਨਹੀਂ ਕਹਿ ਰਿਹਾ ਕਿ ਮਿਲੀਟਰੀ ਪਾਵਰ ਬਹੁਤ ਹੋਣੀ ਚਾਹੀਦੀ ਹੈ, ਸਗੋਂ ਕਿ ਇਕਨੋਮਿਕ ਪਾਵਰ ਵੀ ਹੋਣੀ ਚਾਹੀਦੀ ਹੈ। ਮਤਲਬ ਪੈਸੇ ਵਜੋਂ ਵੀ ਸਾਡਾ ਦੇਸ਼ ਜਿਹੜਾ ਆ ਉਹ ਸਟਰੋਂਗ ਹੋਣਾ ਚਾਹੀਦਾ ਹੈ। ਬੋਥ ਮਸਟ ਗੋ ਹੈਂਡ ਇਨ ਹੈਂਡ। ਬੋਥ ਕੀ ਮਿਲੀਟਰੀ ਪਾਵਰ ਤੇ ਇਕਨੋਮਿਕ ਪਾਵਰ। ਉਹ ਕਹਿੰਦੇ ਦੋਨੋਂ ਚੀਜ਼ਾਂ ਨਾਲ ਨਾਲ ਚੱਲਣੀਆਂ ਚਾਹੀਦੀਆਂ ਨੇ। ਮਾਈ ਗੁੱਡ ਫੋਰਚੂਨ was to have worked with the 3 great minds, Dr. Vikram Sarabhai of the Department of Space, Professor Satish Dhawan who succeeded him, and Dr. Brahm Prakash, father of nuclear material। I was lucky to have worked with all 3 of them closely and consider this the great opportunity of my life। ਹੁਣ ਜਿਵੇਂ ਆਪਾਂ ਪਹਿਲਾਂ ਪੜ੍ਹਿਆ ਕਿ APJ ਅਬਦੁਲ ਕਲਾਮ ਸੀਗੇ ਜਿਹੜੇ ਉਹ ਸਾਇੰਟਿਸਟ ਸੀਗੇ, ਸੋ ਇੱਥੇ ਹੁਣ ਉਹ ਆਪਣੇ 3 ਸਾਥੀਆਂ ਦੀ ਗੱਲ ਕਰਦੇ ਨੇ। ਠੀਕ ਹੈ, ਡਾਕਟਰ ਵਿਕਰਮ ਸਾਰਾਭਾਈ ਜਿਹੜੇ ਕਿ ਡਿਪਾਰਟਮੈਂਟ ਆਫ ਸਪੇਸ ਤੋਂ ਬਿਲੋਂਗ ਕਰਦੇ ਨੇ, ਪ੍ਰੋਫੈਸਰ ਸਤੀਸ਼ ਧਵਨ, ਠੀਕ ਹੈ, ਜਿਹੜੇ ਕਿ ਉਹਨਾਂ ਦੇ ਨਾਲ ਹੀ ਸੀਗੇ, ਤੇ ਡਾਕਟਰ ਭੀਮ ਪ੍ਰਕਾਸ਼, ਫਾਦਰ ਆਫ ਨਿਊਕਲੀਅਰ ਮਟੀਰੀਅਲ। ਉਹ ਕਹਿੰਦੇ ਨੇ ਕਿ ਮੈਨੂੰ ਪ੍ਰਾਊਡ ਹੈ, ਮੈਂ ਬਹੁਤ ਫੋਰਚੂਨ ਆ। ਗੁੱਡ ਫੋਰਚੂਨ ਮਤਲਬ ਮੇਰੀ ਕਿਸਮਤ ਬਹੁਤ ਚੰਗੀ ਹੈ ਕਿ ਮੈਂ ਇਹਨਾਂ ਨਾਲ ਕੰਮ ਕੀਤਾ ਹੈ। ਤੇ ਆਈ ਵਾਜ਼ ਲੱਕੀ ਟੂ ਹੈਵ ਵਰਕਡ ਵਿਦ ਆਲ 3 ਆਫ ਦੈਮ ਕਲੋਜ਼ਲੀ ਐਂਡ ਕੰਸੀਡਰ ਦਿਸ ਦ ਗ੍ਰੇਟ ਓਪਰਚੁਨਿਟੀ ਆਫ ਮਾਈ ਲਾਈਫ। ਕਹਿੰਦੇ ਕਿ ਮੈਂ ਇਹਨਾਂ ਨਾਲ ਬਹੁਤ ਨਜ਼ਦੀਕੀ 'ਚ ਕੰਮ ਕੀਤਾ ਹੈ ਤੇ ਇਹ ਮੇਰੀ ਜ਼ਿੰਦਗੀ ਦੀ ਬਹੁਤ ਵਧੀਆ ਓਪਰਚੁਨਿਟੀ ਸੀਗੀ। We have so many amazing success stories but we refuse to acknowledge them। ਕਹਿੰਦੇ ਸਾਡੇ ਕੋਲ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸਕਸੈਸ ਸਟੋਰੀਜ਼ ਨੇ, ਠੀਕ ਹੈ, ਸਫਲਤਾ ਦੀਆਂ ਕਹਾਣੀਆਂ ਨੇ, ਪਰ ਅਸੀਂ ਉਹਨਾਂ ਨੂੰ ਐਕਨੋਲੇਜ ਹੀ ਨਹੀਂ ਕਰਦੇ, ਅਸੀਂ ਮੰਨਦੇ ਹੀ ਨਹੀਂ ਆ ਉਹਨਾਂ ਨੂੰ। ਵਾਏ, ਕਿਉਂ ਇੱਦਾਂ ਕਿਉਂ ਆ?
ਵੀ ਆਰ ਦ ਫਸਟ ਇਨ ਮਿਲਕ ਪ੍ਰੋਡਕਸ਼ਨ, ਕਹਿੰਦੇ ਇੰਡੀਆ ਜਿਹੜਾ ਆ ਸਭ ਤੋਂ ਪਹਿਲੇ ਨੰਬਰ ਤੇ ਆ ਮਿਲਕ ਪ੍ਰੋਡਿਊਸ ਕਰਨ ਦੇ ਵਿੱਚ। ਵੀ ਆਰ ਨੰਬਰ 1 ਇਨ ਰਿਮੋਟ ਸੈਂਸਿੰਗ ਸੈਟੇਲਾਈਟਸ, ਅਸੀਂ ਸਭ ਤੋਂ ਪਹਿਲੇ ਨੰਬਰ ਤੇ ਆ ਰਿਮੋਟ ਸੈਂਸਿੰਗ ਸੈਟੇਲਾਈਟਸ ਦੇ ਏਰੀਆ ਦੇ ਵਿੱਚ, ਠੀਕ ਹੈ। ਸਾਇੰਸ ਦੇ ਵਿੱਚ ਅਸੀਂ ਬਹੁਤ ਤਰੱਕੀ ਕਰ ਰਹੇ ਹਾਂ। ਵੀ ਆਰ ਦ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਆਫ ਵੀਟ, ਅਸੀਂ ਦੁਨੀਆ ਦੇ ਵਿੱਚ ਦੂਸਰੇ ਨੰਬਰ ਤੇ ਆ ਸਭ ਤੋਂ ਜ਼ਿਆਦਾ ਕਣਕ ਪੈਦਾ ਕਰਨ 'ਚ। ਵੀ ਆਰ ਦ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਆਫ ਰਾਈਸ, ਅਸੀਂ ਚਾਵਲ ਪੈਦਾ ਕਰਨ 'ਚ ਵੀ ਦੁਨੀਆ 'ਚ ਦੂਜੇ ਨੰਬਰ ਤੇ ਆ। ਅਨਦਰ ਕੁਐਸਚਨ, ਹੁਣ ਇੱਕ ਹੋਰ ਕੁਐਸਚਨ ਲੈ ਕੇ ਆਉਂਦੇ ਨੇ ਉਹ, ਵਾਈ ਆਰ ਵੀ ਐਜ਼ ਅ ਨੇਸ਼ਨ ਸੋ ਓਬਸੈਸਡ ਵਿਦ ਫੋਰਨ ਥਿੰਗਸ, ਉਹ ਕਹਿੰਦੇ ਅਸੀਂ ਫੋਰਨ ਚੀਜ਼ਾਂ ਨੂੰ ਲੈ ਕੇ ਇੰਨੇ ਜ਼ਿਆਦਾ ਓਬਸੈਸਡ ਕਿਉਂ ਆ, ਮਤਲਬ ਅਸੀਂ ਫੋਰਨ ਚੀਜ਼ਾਂ ਦੇ ਪਿੱਛੇ ਇੰਨਾ ਕਿਉਂ ਭੱਜਦੇ ਆ। ਵਾਈ ਡੂ ਵੀ ਵਾਂਟ ਫੋਰਨ ਟੀਵੀਜ਼, ਸਾਨੂੰ ਫੋਰਨ ਟੀਵੀਜ਼ ਹੀ ਕਿਉਂ ਚਾਹੀਦੇ ਨੇ, ਫੋਰਨ ਮਤਲਬ ਬਾਹਰ ਦੀਆਂ ਚੀਜ਼ਾਂ, ਅਸੀਂ ਬਾਹਰ ਦੀਆਂ ਚੀਜ਼ਾਂ ਦੇ ਪਿੱਛੇ ਕਿਉਂ ਇੰਨਾ ਭੱਜਦੇ ਆ, ਸਾਨੂੰ ਬਾਹਰ ਦੇ ਟੀਵੀ ਚਾਹੀਦੇ ਨੇ। ਵਾਈ ਡੂ ਯੂ ਵਾਂਟ ਫੋਰਨ ਸ਼ਰਟਸ, ਸਾਨੂੰ ਬਾਹਰ ਦੇ ਕੱਪੜੇ ਕਿਉਂ ਚਾਹੀਦੇ ਨੇ, ਸਾਨੂੰ ਬਾਹਰ ਦੇ ਬ੍ਰਾਂਡਸ ਦੀਆਂ ਟੀ-ਸ਼ਰਟਸ ਸ਼ਰਟਸ ਕਿਉਂ ਚਾਹੀਦੀਆਂ ਨੇ। ਵਾਈ ਡੂ ਵੀ ਵਾਂਟ ਫੋਰਨ ਟੈਕਨੋਲੋਜੀ, ਸਾਨੂੰ ਫੋਰਨ ਦੀ ਟੈਕਨੋਲੋਜੀ ਹੀ ਕਿਉਂ ਚਾਹੀਦੀ ਆ, ਕਿਉਂ ਅਸੀਂ ਜਾਪਾਨ ਦੇ ਫੋਨ ਜਾਂ ਚਾਈਨਾ ਦੇ ਫੋਨ ਵਰਤਦੇ ਆ। ਵਾਈ ਦਿਸ ਓਬਸੈਸ਼ਨ ਵਿਦ ਐਵਰੀਥਿੰਗ ਇੰਪੋਰਟਡ ਹੁੰਦਾ ਜਿਹੜਾ ਬਾਹਰੋਂ ਮੰਗਵਾਇਆ ਹੁੰਦਾ, ਕਿ ਅਸੀਂ ਬਾਹਰੋਂ ਕਿਉਂ ਚੀਜ਼ਾਂ ਮੰਗਵਾਉਣ ਦੇ ਪਿੱਛੇ ਇੰਨੇ ਜ਼ਿਆਦਾ ਓਬਸੈਸਡ ਆ, ਸਾਡੇ ਸਿਰ ਤੇ ਭੂਤ ਸਵਾਰ ਆ ਬਾਹਰੋਂ ਚੀਜ਼ਾਂ ਮੰਗਵਾਉਣ ਦਾ। ਡੂ ਵੀ ਨਾਟ ਰੀਅਲਾਈਜ਼ ਦੈਟ ਸੈਲਫ ਰਿਸਪੈਕਟ ਕਮਸ ਵਿਦ ਸੈਲਫ ਰਿਲਾਇੰਸ, ਅਸੀਂ ਇਹ ਚੀਜ਼ ਕਿਉਂ ਨਹੀਂ ਸਮਝਦੇ ਕਿ ਸੈਲਫ ਰਿਸਪੈਕਟ ਕਾਹਦੇ ਨਾਲ ਆਉਂਦੀ ਹੈ, ਸੈਲਫ ਰਿਲਾਇੰਸ ਦੇ ਨਾਲ। ਸੈਲਫ ਰਿਲਾਇੰਸ ਮਤਲਬ ਸੈਲਫ ਡਿਪੈਂਡੈਂਟ, ਜਦੋਂ ਅਸੀਂ ਆਪਣੇ ਆਪ ਤੇ ਡਿਪੈਂਡੈਂਟ ਹੋਵਾਂਗੇ, ਜਦੋਂ ਅਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਰਵਾਂਗੇ ਉਦੋਂ ਸੈਲਫ ਰਿਸਪੈਕਟ ਆਏਗੀ। ਫਿਰ ਅੱਗੇ ਕਹਿ ਰਹੇ ਨੇ, ਆਈ ਵਾਜ਼ ਇਨ ਹੈਦਰਾਬਾਦ ਗਿਵਿੰਗ ਦਿਸ ਲੈਕਚਰ, ਫਿਰ ਕਹਿੰਦੇ ਮੈਂ ਹੈਦਰਾਬਾਦ 'ਚ ਲੈਕਚਰ ਦੇ ਰਿਹਾ ਸੀਗਾ। ਵੈਨ ਅ 14-year-old girl asked me for my autograph, ਤੇ ਇੱਕ 14 ਸਾਲ ਦੀ ਕੁੜੀ ਆਈ ਮੇਰੇ ਕੋਲ ਆਟੋਗ੍ਰਾਫ ਲੈਣ ਦੀ। ਆਈ ਆਸਕਡ ਹਰ ਵਟ ਹਰ ਗੋਲ ਇਨ ਲਾਈਫ ਇਜ਼, ਮੈਂ ਉਹਨੂੰ ਪੁੱਛਿਆ ਕਿ ਉਹਦਾ ਜ਼ਿੰਦਗੀ 'ਚ ਗੋਲ ਕੀ ਹੈ, ਉਹ ਕੀ ਕਰਨਾ ਚਾਹੁੰਦੀ ਹੈ। ਸ਼ੀ ਰਿਪਲਾਈਡ, ਆਈ ਵਾਂਟ ਟੂ ਲਿਵ ਇਨ ਅ ਡਿਵੈਲਪਡ ਇੰਡੀਆ, ਉਹ ਕਹਿੰਦੀ ਕਿ ਮੈਂ ਡਿਵੈਲਪਡ ਇੰਡੀਆ ਦੇ ਵਿੱਚ ਰਹਿਣਾ ਚਾਹੁੰਦੀ ਹਾਂ, ਠੀਕ ਹੈ, ਜਿਹੜਾ ਤਰੱਕੀ ਕਰ ਚੁੱਕਿਆ ਹੋਵੇ ਇੰਡੀਆ, ਮੈਂ ਉਹਦੇ 'ਚ ਰਹਿਣਾ ਚਾਹੁੰਦੀ ਹਾਂ। ਫॉर ਹਰ ਯੂ ਐਂਡ ਆਈ ਵਿਲ ਹੈਵ ਟੂ ਬਿਲਡ ਦਿਸ ਡਿਵੈਲਪਡ ਇੰਡੀਆ, ਉਹ ਕਹਿੰਦਾ ਕਿ ਉਹ ਬੱਚੀ ਦੇ ਵਾਸਤੇ ਤੁਹਾਨੂੰ ਤੇ ਮੈਨੂੰ ਮਿਲ ਕੇ ਇੱਕ ਡਿਵੈਲਪਡ ਇੰਡੀਆ ਬਣਾਉਣਾ ਪਏਗਾ। ਯੂ ਮਸਟ ਪ੍ਰੋਕਲੇਮ ਇੰਡੀਆ ਇਜ਼ ਨਾਟ ਐਨ ਅੰਡਰ ਡਿਵੈਲਪਡ ਨੇਸ਼ਨ, ਇਟ ਇਜ਼ ਅ ਹਾਈਲੀ ਡਿਵੈਲਪਡ ਨੇਸ਼ਨ। ਡੂ ਯੂ ਹੈਵ 10 minutes, ਅਲਾਓ ਮੀ ਟੂ ਟੇਕ ਯੂ ਵਿਦ ਦ ਵਿਜੀਲੈਂਸ, ਉਹ ਕਹਿੰਦੇ ਕਿ ਸਾਨੂੰ ਇਹ ਚੀਜ਼ ਕਹਿਣੀ ਪਏਗੀ ਕਿ ਇੰਡੀਆ ਅੰਡਰ ਡਿਵੈਲਪਡ ਨੇਸ਼ਨ ਨਹੀਂ ਹੈ, ਇੰਡੀਆ ਉਹ ਵਾਲਾ ਨੇਸ਼ਨ ਨਹੀਂ ਹੈ ਜਿਹੜਾ ਹਜੇ ਡਿਵੈਲਪ ਨਹੀਂ ਹੋਇਆ, ਸਗੋਂ ਇਟ ਇਜ਼ ਅ ਹਾਈਲੀ ਡਿਵੈਲਪਡ ਨੇਸ਼ਨ, ਸਗੋਂ ਕਿ ਇਹ ਬਹੁਤ ਤਰੱਕੀ ਕਰ ਚੁੱਕਿਆ ਨੇਸ਼ਨ ਆ। ਜੇ ਤੁਹਾਡੇ ਕੋਲ 10 ਮਿੰਟ ਹੈਗੇ ਆ ਤਾਂ ਮੈਨੂੰ ਅਲਾਓ ਕਰੋ, ਆਪਾਂ ਇੱਕ ਵਿਜੀਲੈਂਸ ਕਰਦੇ ਹਾਂ, ਮਤਲਬ ਆਪਾਂ ਦੇਖਦੇ ਹਾਂ ਕੁਛ ਚੀਜ਼ਾਂ ਨੂੰ ਓਬਜ਼ਰਵ ਕਰਦੇ ਹਾਂ। ਗਿਵ 10 minutes ਫॉर योर ਕੰਟਰੀ ਐਂਡ ਰੀਡ ਔਨ, ਉਹ ਕਹਿੰਦੇ 10 ਮਿੰਟ ਆਪਣੇ ਦੇਸ਼ ਨੂੰ ਦਿਓ ਤੇ ਅੱਗੇ ਪੜ੍ਹੋ। You say that our government is inefficient. You say that our laws are too old. You say that the municipality does not pick up the garbage. ਕਹਿੰਦੇ ਤੁਸੀਂ ਕਹਿੰਦੇ ਆ ਕਿ ਜਿਹੜੀ ਸਾਡੀ ਗਵਰਨਮੈਂਟ ਆ ਉਹ ਕੰਮ ਨਹੀਂ ਕਰਦੀ, ਸਾਡੇ ਜਿਹੜੇ ਕਾਨੂੰਨ ਆ ਉਹ ਬਹੁਤ ਪੁਰਾਣੇ ਨੇ, ਤੇ ਸਾਡੀ ਜਿਹੜੀ ਮਿਊਨਿਸਪੈਲਿਟੀ ਆ ਦੇਸ਼ ਦੀ ਉਹ ਕੂੜਾ ਨਹੀਂ ਚੁੱਕਦੀ। You say that the phones don't work, the railways are a joke, the airline is the worst in the world. ਤੁਸੀਂ ਕਹਿੰਦੇ ਹੋ ਕਿ ਜਿਹੜੇ ਫੋਨ ਨੇ ਉਹ ਕੰਮ ਨਹੀਂ ਕਰਦੇ, ਜਿਹੜੇ ਰੇਲਵੇਜ਼ ਆ ਉਹ ਮਜ਼ਾਕ ਨੇ, ਤੇ ਜਿਹੜੇ 에ਅਰਲਾਈਨ ਆ ਉਹ ਤਾਂ ਬਹੁਤ ਹੀ ਭੈੜੇ ਨੇ। ਪੂਰੀ ਦੁਨੀਆ ਦੇ ਵਿੱਚ ਇੰਡੀਆ ਦੇ ਰੇਲਵੇ 에ਅਰਲਾਈਨਸ ਬਹੁਤ ਭੈੜੀਆਂ ਨੇ। You say that mails never reach their destination. ਤੁਸੀਂ ਕਹਿੰਦੇ ਹੋ ਕਿ ਚਿੱਠੀਆਂ ਨਹੀਂ ਪਹੁੰਚਦੀਆਂ ਜਿੱਥੇ ਉਹਨਾਂ ਨੂੰ ਪਹੁੰਚਣਾ ਹੁੰਦਾ। You say that our country has been fed to the dogs and is the absolute pits. You say and say, what do you do about it? ਉਹ ਕਹਿੰਦੇ ਤੁਸੀਂ ਕਹਿੰਦੇ ਹੋ ਕਿ ਸਾਡੀ ਕੰਟਰੀ ਜਿਹੜੀ ਆ ਇੱਕ ਤਰ੍ਹਾਂ ਨਾਲ ਕੁੱਤਿਆਂ ਨੂੰ ਜਿੱਦਾਂ ਪਾ ਦਿੱਤੀ ਹੁੰਦੀ ਹੈ, ਠੀਕ ਹੈ, ਉਹਨਾਂ ਨੂੰ ਖਵਾਈ ਜਾ ਰਹੀ ਹੈ ਤੇ ਬਿਲਕੁਲ ਹੀ ਬਰਬਾਦ ਹੋ ਚੁੱਕੀ ਹੈ, ਖਰਾਬ ਹੋ ਚੁੱਕੀ ਹੈ। ਤੁਸੀਂ ਕਹਿੰਦੇ ਹੀ ਹੋ ਪਰ ਤੁਸੀਂ ਕਰਦੇ ਕੀ ਹੋ? what do you do about it? ਤੁਸੀਂ ਇਹਦੇ ਬਾਰੇ 'ਚ ਕਰਦੇ ਕੀ ਹੋ? ਟੇਕ ਅ ਪਰਸਨ ਔਨ ਹਿਜ਼ ਵੇ ਟੂ ਸਿੰਗਾਪੁਰ, ਕਹਿੰਦੇ ਕਿ ਚਲੋ ਆਪਾਂ ਇੱਕ ਇਮੈਜਿਨ ਕਰਦੇ ਹਾਂ ਕਿ ਕੋਈ ਬੰਦਾ ਸਿੰਗਾਪੁਰ ਜਾ ਰਿਹਾ ਆ। ਗਿਵ ਹਿਮ ਅ ਨੇਮ, ਯੋਰਸ, ਕਹਿੰਦੇ ਉਹਨੂੰ ਆਪਾਂ ਇੱਕ ਨਾਮ ਦੇ ਦਿੰਦੇ ਹਾਂ, ਤੁਹਾਡਾ ਨਾਮ ਦੇ ਦਿੰਦੇ ਹਾਂ। ਗਿਵ ਹਿਮ ਅ ਫੇਸ, ਉਹਨੂੰ ਇੱਕ ਫੇਸ ਵੀ ਦੇ ਦਿੰਦੇ ਹਾਂ, ਯੋਰਸ, ਤੁਹਾਡਾ ਫੇਸ ਦੇ ਦਿੰਦੇ ਹਾਂ। ਯੂ ਵਾਕ ਆਊਟ ਆਫ ਦ ਏਅਰਪੋਰਟ ਐਂਡ ਯੂ ਆਰ ਐਟ ਯੂਰ ਇੰਟਰਨੈਸ਼ਨਲ ਬੈਸਟ, ਕਹਿੰਦੇ ਜਿੱਦਾਂ ਹੀ ਤੁਸੀਂ ਏਅਰਪੋਰਟ ਤੋਂ ਬਾਹਰ ਨਿਕਲੋਗੇ ਸਿੰਗਾਪੁਰ 'ਚ ਤੁਸੀਂ ਆਪਣੇ ਬੈਸਟ ਬਣ ਜਾਓਗੇ, ਬੈਸਟ ਵਰਜ਼ਨ ਆਫ ਯੋਰ ਸੈਲਫ ਤੁਸੀਂ ਬਣ ਜਾਓਗੇ।
ਠੀਕ ਹੈ, ਤੁਸੀਂ ਬੈਸਟ ਬਿਹੇਵ ਕਰੋਗੇ। ਇਨ ਸਿੰਗਾਪੁਰ ਯੂ ਡੋਂਟ ਥਰੋ ਲਿਟਰ ਔਨ ਦ ਰੋਡਸ ਔਰ ਈਟ ਇਨ ਦ ਸਟੋਰਸ। ਕਹਿੰਦੇ ਸਿੰਗਾਪੁਰ 'ਚ ਵੜਦਿਆਂ ਹੀ ਤੁਸੀਂ ਸੜਕਾਂ 'ਤੇ ਕੂੜਾ ਸੁੱਟਣਾ ਬੰਦ ਕਰ ਦੋਗੇ ਅਤੇ ਸਟੋਰਸ ਦੇ ਵਿੱਚ ਖਾਣਾ ਬੰਦ ਕਰ ਦੋਗੇ। ਯੂ ਆਰ ਐਜ਼ ਪ੍ਰਾਊਡ ਆਫ ਦੇਅਰ ਅੰਡਰਗਰਾਊਂਡ ਲਿੰਕਸ ਐਜ਼ ਦੇ ਆਰ। ਅਤੇ ਤੁਸੀਂ ਜਾ ਕੇ ਬੜਾ ਪ੍ਰਾਊਡ ਫੀਲ ਕਰੋਗੇ ਕਿ ਉਹਨਾਂ ਨੇ ਕਿਵੇਂ ਅੰਡਰਗਰਾਊਂਡ ਲਿੰਕਸ ਬਣਾਏ ਹੋਏ ਨੇ, ਮਤਲਬ ਉਹਨਾਂ ਦੀਆਂ ਟ੍ਰੇਨਸ ਅੰਡਰਗਰਾਊਂਡ ਚੱਲ ਰਹੀਆਂ ਨੇ ਜਾਂ ਅੰਡਰਗਰਾਊਂਡ ਰੋਡਸ ਨੇ, ਉਹਨਾਂ ਚੀਜ਼ਾਂ ਲਈ ਤੁਸੀਂ ਬੜਾ ਪ੍ਰਾਊਡ ਫੀਲ ਕਰੋਗੇ। ਯੂ ਪੇ $5 ਟੂ ਡਰਾਈਵ ਥਰੂ Orchard Road, equivalent of Mahim Causeway or Pedder Road between 5 PM and 8 PM। ਤੁਸੀਂ ਬੜੀ ਆਸਾਨੀ ਨਾਲ $5 ਪੇ ਕਰ ਦੋਗੇ ਇੱਕ ਛੋਟੀ ਜੀ ਡਰਾਈਵ ਦੇ ਲਈ। You come back to parking lot to punch your parking ticket if you have overstayed in a restaurant or a shopping mall, irrespective of your status identity। ਕਹਿੰਦੇ ਤੁਸੀਂ ਪਾਰਕਿੰਗ ਲੋਟ 'ਚ ਵਾਪਸ ਆਓਗੇ ਤੇ ਤੁਸੀਂ ਆਪਣੀ ਪਾਰਕਿੰਗ ਟਿਕਟ ਲਓਗੇ ਉੱਥੇ। ਠੀਕ ਹੈ, ਜੇ ਤੁਸੀਂ ਕਿਤੇ ਲੇਟ ਹੋ ਗਏ ਹੋ, ਠੀਕ ਹੈ, ਤੁਹਾਨੂੰ ਟਿਕਟ ਲੈਣੀ ਪੈ ਰਹੀ ਹੈ ਦੁਬਾਰਾ, ਤੁਸੀਂ ਉੱਥੇ ਟਿਕਟ ਲਓਗੇ। ਠੀਕ ਹੈ, ਇਹ ਇਰਰਿਸਪੈਕਟਿਵ ਆਫ ਯੋਰ ਸਟੇਟਸ ਆਈਡੈਂਟੀਟੀ। ਉੱਥੇ ਤੁਹਾਡੇ ਲਈ ਤੁਹਾਡਾ ਸਟੇਟਸ ਕਿ ਤੁਸੀਂ ਕਿਸੇ MP ਦੇ ਮੁੰਡੇ ਆ ਜਾਂ ਤੁਸੀਂ ਕਿਸੇ ਪੋਲੀਟੀਸ਼ੀਅਨ ਦੇ ਮੁੰਡੇ ਆ, ਠੀਕ ਹੈ, ਉਹ ਚੀਜ਼ਾਂ ਤੁਹਾਡੇ ਲਈ ਮੈਟਰ ਨਹੀਂ ਕਰਦੀਆਂ, ਤੁਸੀਂ ਉੱਥੇ ਪਾਰਕਿੰਗ ਟਿਕਟ ਲਓਗੇ। ਇਨ ਸਿੰਗਾਪੁਰ ਯੂ ਡੋਂਟ ਸੇ ਐਨੀਥਿੰਗ ਡੂ ਯੂ। ਤੁਸੀਂ ਸਿੰਗਾਪੁਰ 'ਚ ਕਿਸੇ ਨੂੰ ਕੁਛ ਨਹੀਂ ਕਹੋਗੇ ਕਿ ਮੈਂ ਪਾਰਕਿੰਗ ਟਿਕਟ ਨਹੀਂ ਲੈਣੀ, ਜਾਂ ਤੁਸੀਂ ਕਿਸੇ ਨਾਲ ਲੜਨ ਨਹੀਂ ਪਾਓਗੇ ਉੱਥੇ। ਯੂ ਵੁਡਨਟ ਡੇਅਰ ਟੂ ਈਟ ਇਨ ਪਬਲਿਕ ਡਿਊਰਿੰਗ ਰਮਦਾਨ ਇਨ ਦੁਬਈ। ਜੇ ਦੁਬਈ ਦੇ ਵਿੱਚ ਰਮਦਾਨ ਚੱਲ ਰਿਹਾ ਆ, ਉਹਨਾਂ ਦਾ ਤਿਉਹਾਰ ਚੱਲ ਰਿਹਾ ਆ, ਉਹਨਾਂ ਦਾ ਜਿਹੜਾ ਸੈਕਰੇਡ, ਉਹਨਾਂ ਦਾ ਪਵਿੱਤਰ ਤਿਉਹਾਰ ਆ, ਤੁਸੀਂ ਉੱਥੇ ਪਬਲਿਕ 'ਚ ਖਾਣ ਦੀ ਗਲਤੀ ਨਹੀਂ ਕਰੋਗੇ। ਯੂ ਵੁਡ ਨੋਟ ਡੇਅਰ ਟੂ ਗੋ ਆਊਟ ਵਿਦਾਊਟ ਯੋਰ ਹੈਡ ਕਵਰ ਇਨ ਜਿਦਾਹ। ਠੀਕ ਹੈ, ਜਿਦਾਹ ਜਗ੍ਹਾ ਦੇ ਵਿੱਚ ਤੁਸੀਂ ਆਪਣਾ ਸਿਰ ਢੱਕੇ ਬਿਨਾਂ ਜਾਣ ਦੀ ਡੇਅਰ ਨਹੀਂ ਕਰੋਗੇ। ਠੀਕ ਹੈ, ਤੁਸੀਂ ਇੰਨੀ ਹਿੰਮਤ ਨਹੀਂ ਕਰੋਗੇ। ਯੂ ਵੁਡ ਨੋਟ ਡੇਅਰ ਟੂ ਬਾਈ ਐਨ EMPLOYEE ਆਫ ਦ ਟੈਲੀਫੋਨ ਐਕਸਚੇਂਜ ਇਨ ਲੰਡਨ ਐਟ £10 ਅ ਮੰਥ। ਅਤੇ ਤੁਸੀਂ ਲੰਡਨ ਦੇ ਵਿੱਚ ਕਿਸੇ EMPLOYEE ਨੂੰ ਨਹੀਂ ਖਰੀਦੋਗੇ, ਮਤਲਬ ਜਾ ਕੇ ਤੁਸੀਂ ਕਿਸੇ ਨੂੰ ਰਿਸ਼ਵਤ ਨਹੀਂ ਦੋਗੇ £10। ਸੀ ਟੂ ਇਟ ਦੈਟ ਮਾਈ STD and ISD ਕਾਲਸ ਆਰ ਬਿਲ ਟੂ ਸਮਨ ਐਲਸ। ਅਤੇ ਤੁਸੀਂ ਕਿਸੇ ਨੂੰ ਰਿਸ਼ਵਤ ਦੇ ਕੇ ਇਹ ਨਹੀਂ ਕਹੋਗੇ ਕਿ ਮੇਰਾ ਜਿਹੜਾ ਫੋਨ ਦਾ ਬਿੱਲ ਆ ਉਹ ਕਿਸੇ ਹੋਰ ਦੇ ਖਾਤੇ 'ਚ ਪਾ ਦੇ। You would not dare to speed beyond 55 mph in Washington and then tell the traffic cop, जानता है मैं कौन हूँ। ਤੁਸੀਂ ਵਾਸ਼ਿੰਗਟਨ ਦੇ ਵਿੱਚ 55 mph ਜਿੰਨੀ ਉਹਨਾਂ ਦੀ ਸਪੀਡ ਲਿਮਿਟ ਹੈ ਉਹਦੇ ਤੋਂ ਵੱਧ ਚਲਾਉਣ ਦੀ ਕੋਸ਼ਿਸ਼ ਵੀ ਨਹੀਂ ਕਰੋਗੇ, ਹਿੰਮਤ ਨਹੀਂ ਕਰੋਗੇ। ਅਤੇ ਜੇ ਕਿਤੇ ਤੁਹਾਡੇ ਕੋਲੋਂ ਚੱਲ ਪਵੇ, ਤੁਹਾਨੂੰ ਟ੍ਰੈਫਿਕ ਵਾਲਾ ਜਿਹੜਾ ਕੌਪ ਆ, ਆਫਿਸਰ ਆ, ਰੋਕ ਲਵੇ, ਤੁਸੀਂ ਉਹਨੂੰ ਇਹ ਨਹੀਂ ਕਹੋਗੇ जानता है मैं कौन हूँ, ਡੂ ਯੂ ਨੋ ਹੂ ਆਈ ਐਮ। ਤੁਸੀਂ ਉਹਨੂੰ ਨਹੀਂ ਕਹੋਗੇ ਕਿ ਤੈਨੂੰ ਪਤਾ ਮੈਂ ਕੌਣ ਆ। ਹੂ ਐਮ ਆਈ ਸੋ ਐਂਡ ਸੋਜ਼ ਸਨ। ਤੁਸੀਂ ਉਹਨੂੰ ਨਹੀਂ ਕਹੋਗੇ ਮੈਂ ਫਲਾਣੇ ਦਾ ਮੁੰਡਾ ਆ। ਟੇਕ ਯੋਰ $2 ਐਂਡ ਗੈਟ ਲੋਸਟ। ਤੁਸੀਂ ਉਹਨੂੰ ਇਹ ਨਹੀਂ ਕਹੋਗੇ ਕਿ ਆ ਲੈ ਆਪਣੇ 100 ਰੁਪਇਆ ਫੜ ਤੇ ਇੱਥੋਂ ਦਫਾ ਹੋ ਜਾ। ਉੱਥੇ ਤੁਸੀਂ ਇਹ ਕਹਿਣ ਦੀ ਹਿੰਮਤ ਨਹੀਂ ਕਰੋਗੇ। You would not chuck an empty coconut shell anywhere other than the garbage pail on the beaches in ਆਸਟ੍ਰੇਲੀਆ ਐਂਡ ਨਿਊਜ਼ੀਲੈਂਡ। ਉਹ ਕਹਿੰਦੇ ਤੁਸੀਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਾ ਕੇ ਬੀਚਿਸ ਦੇ ਉੱਤੇ ਗੰਦ ਨਹੀਂ ਪਾਓਗੇ। ਉੱਥੇ ਕੋਕੋਨਟ ਦੀਆਂ ਜਿਹੜੀਆਂ ਸ਼ੈਲਸ ਆ, ਛਿਲਕੇ ਆ, ਉਹਨਾਂ ਨੂੰ ਇੱਦਾਂ ਹੀ ਸੁੱਟ ਦੇਵੋਗੇ, ਸਗੋਂ ਕਿ ਉੱਥੇ ਤੁਸੀਂ ਗਾਰਬੇਜ ਦੇ ਜਿਹੜੇ ਡੱਬੇ ਨੇ ਉਹ ਲੱਭੋਗੇ। ਵਾਈ ਡੋਂਟ ਯੂ ਸਪਿਟ ਪਾਨ ਔਨ ਦ ਸਟਰੀਟਸ ਆਫ ਟੋਕੀਓ। ਤੁਸੀਂ ਟੋਕੀਓ ਦੇ ਵਿੱਚ ਜਾ ਕੇ ਗਲੀਆਂ ਦੇ ਵਿੱਚ ਪਾਨ ਕਿਉਂ ਨਹੀਂ ਥੁੱਕਦੇ। ਵਾਈ ਡੋਂਟ ਯੂ ਯੂਜ਼ ਐਗਜ਼ਾਮੀਨੇਸ਼ਨ ਜੌਕੀਜ਼ ਔਰ ਬਾਈ ਫੇਕ ਸਰਟੀਫਿਕੇਟਸ ਇਨ ਬੋਸਟਨ। ਬੋਸਟਨ ਦੇ ਵਿੱਚ ਜਾ ਕੇ ਤੁਸੀਂ ਉੱਥੇ ਪਰਚੀਆਂ ਕਿਉਂ ਨਹੀਂ ਕਰਦੇ ਪੇਪਰਾਂ ਦੇ ਵਿੱਚ, ਜਾਂ ਤੁਸੀਂ ਫੇਕ ਸਰਟੀਫਿਕੇਟ ਕਿਉਂ ਨਹੀਂ ਬਣਵਾਉਂਦੇ। ਵਾਈ ਆਰ ਸਟਿਲ ਟਾਕਿੰਗ ਆਫ ਦ ਸੇਮ ਯੂ। ਵੀ ਆਰ ਸਟਿਲ ਟਾਕਿੰਗ ਆਫ ਦ ਸੇਮ ਯੂ। ਅਸੀਂ ਤੁਹਾਡੀ ਹੀ ਗੱਲ ਕਰ ਰਹੇ ਹਾਂ, ਕਹਿੰਦੇ ਤੁਹਾਡੀ ਹੀ ਗੱਲ ਕਰ ਰਹੇ ਹਾਂ। You who can respect and conform to a foreign system in other countries but cannot in your own। ਤੁਸੀਂ ਜਿਹੜੇ ਦੂਸਰੇ ਦੀ ਕੰਟਰੀ 'ਚ ਜਾ ਕੇ ਉਹਨਾਂ ਦੀ ਤਾਂ ਰਿਸਪੈਕਟ ਕਰ ਸਕਦੇ ਆ, ਉਹਨਾਂ ਦੇ ਲਾਅ ਦੇ ਅਕੋਰਡਿੰਗ ਚੱਲ ਸਕਦੇ ਆ, ਪਰ ਆਪਣੀ ਕੰਟਰੀ 'ਚ ਨਹੀਂ ਕਰ ਸਕਦੇ। You who will throw papers and garbage on the road the moment you touch Indian ground। ਜਿਵੇਂ ਹੀ ਤੁਸੀਂ ਇੰਡੀਅਨ ਗਰਾਊਂਡ 'ਤੇ ਪਹੁੰਚੋਗੇ, ਤੁਸੀਂ ਫੋਰਨ ਕੰਟਰੀ ਤੋਂ ਆਏ, ਤੁਸੀਂ ਜਿੱਦਾਂ ਹੀ ਇੰਡੀਆ ਦੇ ਏਅਰਪੋਰਟ 'ਤੇ ਪਹੁੰਚੋਗੇ, ਤੁਸੀਂ ਉਸੇ ਵੇਲੇ ਹੀ ਪੇਪਰ ਅਤੇ ਕਚਰਾ ਸੜਕ 'ਤੇ ਸੁੱਟਣਾ ਸ਼ੁਰੂ ਕਰ ਦੋਗੇ। ਇਫ ਯੂ ਕੈਨ ਬੀ ਐਨ ਇਨਵੋਲਵਡ ਐਂਡ ਐਪਰੀਸ਼ੀਏਟਿਵ ਸਿਟੀਜ਼ਨ ਇਨ ਐਨ ਏਲੀਅਨ ਕੰਟਰੀ, ਵਾਈ ਕੈਨ ਨੋਟ ਬੀ ਦ ਸੇਮ ਹੀਅਰ ਇਨ ਇੰਡੀਆ। ਉਹ ਕਹਿੰਦੇ ਜੇ ਤੁਸੀਂ ਦੂਜੀ ਦੀ ਕੰਟਰੀ 'ਚ ਜਾ ਕੇ ਉਹਨਾਂ ਦੇ ਲਾਜ਼ ਨੂੰ ਰਿਸਪੈਕਟ ਕਰ ਸਕਦੇ ਆ, ਐਪਰੀਸ਼ੀਏਟਿਵ ਸਿਟੀਜ਼ਨ ਮਤਲਬ
ਤੁਸੀਂ ਉੱਥੇ ਜਾ ਕੇ ਇੱਕ ਰਿਸਪੌਂਸਿਬਲ ਸਿਟੀਜ਼ਨ ਦੀ ਤਰ੍ਹਾਂ ਐਕਟ ਕਰ ਸਕਦੇ ਆ, ਤਾਂ ਆਪਣੀ ਕੰਟਰੀ 'ਚ ਕਿਉਂ ਨਹੀਂ ਕਰ ਸਕਦੇ, ਇੰਡੀਆ 'ਚ ਕਿਉਂ ਨਹੀਂ ਕਰ ਸਕਦੇ? Once in an interview, the famous ex-municipal commissioner of Bombay, Mr. Tinakar, had a point to make. ਉਹ ਕਹਿੰਦੇ ਕਿ ਇੱਕ ਵਾਰ ਇੰਟਰਵਿਊ ਸੀਗੀ, ਜਿਹੜੇ ਇੱਕ ਐਕਸ ਮਿਊਨਿਸਪਲ ਕਮਿਸ਼ਨਰ ਸੀਗੇ ਬੰਬੇ ਦੇ, ਉਹਨਾਂ ਦੀ ਇੰਟਰਵਿਊ ਸੀਗੀ ਤੇ ਉਹਨਾਂ ਨੇ ਇੱਕ ਗੱਲ ਕਹੀ, ਰਿਚ ਪੀਪਲਸ ਡੌਗਸ ਆਰ ਵਾਕਿੰਗ ਔਨ ਦ ਸਟਰੀਟ ਟੂ ਲੀਵ ਦੇਅਰ ਐਫਲੂਐਂਟ ਡ੍ਰੌਪਿੰਗਸ ਆਲ ਓਵਰ ਦ ਪਲੇਸ। ਉਹ ਕਹਿੰਦੇ ਕਿ ਜਿਹੜੇ ਅਮੀਰ ਲੋਕ ਨੇ, ਉਹਨਾਂ ਦੇ ਕੁੱਤੇ ਨੇ ਜਿਹੜੇ, ਉਹ ਗਲੀਆਂ ਦੇ ਵਿੱਚ ਗੰਦ ਪਾਉਂਦੇ ਫਿਰਦੇ ਨੇ, ਹੀ ਸੈਡ। And then the same people turn around to criticize and blame the authorities for inefficiency and dirty pavements. ਉਹ ਕਹਿੰਦੇ ਕਿ ਜਿਹੜੇ ਇਹ ਅਥਾਰਟੀਜ਼ ਨੇ, ਇਹਨਾਂ ਦੇ ਜਿਹੜੇ ਕੁੱਤੇ ਨੇ, ਉਹ ਗੰਦ ਪਾਉਂਦੇ ਫਿਰਦੇ ਨੇ, ਪਰ ਫਿਰ ਜਦੋਂ ਉਹ ਪਿੱਛੇ ਮੁੜਦੇ ਨੇ ਉਹੀ ਰਿਚ ਪੀਪਲ, ਤਾਂ ਉਹ ਕਹਿੰਦੇ ਨੇ ਕਿੰਨਾ ਗੰਦ ਪਿਆ ਆ, ਕਿ ਕੋਈ ਸਫਾਈ ਕਰਨ ਵਾਲਾ ਹੀ ਨਹੀਂ ਹੈ, ਕੋਈ ਅਥਾਰਟੀਜ਼ ਹੀ ਨਹੀਂ ਹੈਗੀਆਂ ਜਿਹੜੀਆਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ। ਉਹ ਅਥਾਰਟੀ ਨੂੰ ਬਲੇਮ ਕਰਨ ਲੱਗ ਜਾਂਦੇ ਨੇ। ਉਹ ਕਹਿੰਦੇ ਡਰਟੀ ਪੇਵਮੈਂਟ ਹੁੰਦੇ ਰਸਤੇ, ਕਿ ਕਿੱਦਾਂ ਗੰਦ ਪਿਆ ਹੋਇਆ ਰਸਤੇ ਦੇ ਵਿੱਚ। ਵਟ ਡੂ ਦੇ ਐਕਸਪੈਕਟ ਦ ਆਫਿਸਰਸ ਟੂ ਡੂ? ਉਹ ਕੀ ਚਾਹੁੰਦੇ ਨੇ ਕਿ ਆਫਿਸਰਸ ਕੀ ਕਰਨ? ਗੋ ਡਾਊਨ ਵਿਦ ਅ ਬਰੂਮ ਐਵਰੀ ਟਾਈਮ ਦੇਅਰ ਡੌਗ ਫੀਲਸ ਦ ਪ੍ਰੈਸ਼ਰ ਇਨ ਦੇਅਰ ਬੋਲਸ। ਉਹ ਕੀ ਚਾਹੁੰਦੇ ਨੇ ਕਿ ਜਦੋਂ ਵੀ ਉਹਨਾਂ ਦੇ ਕੁੱਤੇ ਦਾ ਗੰਦ ਪਾਉਣ ਨੂੰ ਦਿਲ ਕਰੇ, ਆਫਿਸਰ ਪਿੱਛੇ ਪਿੱਛੇ ਝਾੜੂ ਲੈ ਕੇ ਭੱਜਦੇ ਫਿਰਨ। ਇਨ ਅਮੈਰੀਕਾ ਐਵਰੀ ਡੌਗ ਓਨਰ ਹੈਜ਼ ਟੂ ਕਲੀਨ ਅਪ ਦੇਅਰ ਆਫਟਰ ਹਿਜ਼ ਪੈਟ ਹੈਜ਼ ਡਨ ਦ ਜੌਬ। ਕਹਿੰਦੇ ਅਮਰੀਕਾ ਦੇ ਵਿੱਚ ਜੇ ਕਿਸੇ ਦੇ ਕੁੱਤੇ ਨੇ ਗੰਦ ਪਾਇਆ ਤੇ ਉਹ ਪਰਸਨ ਹੀ ਸਾਫ਼ ਕਰਦਾ ਆ ਜਿਹਦੇ ਕੁੱਤੇ ਨੇ ਗੰਦ ਪਾਇਆ। ਸੇਮ ਇਨ ਜਪਾਨ 'ਚ ਵੀ ਇੱਦਾਂ ਹੀ ਹੁੰਦਾ ਆ। ਵਿਲ ਦ ਇੰਡੀਅਨ ਸਿਟੀਜ਼ਨਸ ਡੂ ਦੈਟ ਹੇਅਰ? ਕੀ ਇੰਡੀਆ ਦੇ ਸਿਟੀਜ਼ਨ ਇੱਦਾਂ ਕਰ ਸਕਦੇ ਆ ਕਿ ਜੇ ਉਹਨਾਂ ਦੇ ਕੁੱਤੇ ਨੇ ਗੰਦ ਪਾਇਆ ਤਾਂ ਉਹ ਚੁੱਕਣ? ਹੀ ਇਜ਼ ਰਾਈਟ। We go to the pools to choose a government and after that forfeit all responsibility. ਉਹ ਕਹਿੰਦੇ ਕਿ ਉਹ ਮਿਊਨਿਸਪਲ ਕਮਿਸ਼ਨਰ ਜਿਹੜੇ ਬਿਲਕੁਲ ਸਹੀ ਨੇ, ਕਿ ਇੰਡੀਆ ਦੇ ਲੋਕਾਂ 'ਚ ਇੰਨੀ ਸੈਂਸ ਨਹੀਂ ਹੈ ਕਿ ਉਹ ਆਪਣਾ ਪਾਇਆ ਹੋਇਆ ਗੰਦ ਸਾਫ਼ ਕਰਨ। ਉਹ ਕਹਿੰਦੇ ਕਿ ਇੱਕ ਵਾਰ ਤੁਸੀਂ ਜਾਂਦੇ ਹੋ ਪੂਲਿੰਗ ਬੂਥ 'ਤੇ, ਜਦੋਂ ਵੋਟਾਂ ਹੁੰਦੀਆਂ ਨੇ ਤੁਸੀਂ ਗਵਰਨਮੈਂਟ ਚੁਣ ਲੈਂਦੇ ਆ, ਅਤੇ ਫਿਰ ਉਸ ਤੋਂ ਬਾਅਦ ਸਾਰੀ ਰਿਸਪੋਂਸੀਬਿਲਿਟੀ ਤੋਂ ਫਾਰਗ ਹੋ ਜਾਂਦੇ। ਤੁਸੀਂ ਕਹਿੰਦੇ ਹੁਣ ਸਾਡੀ ਕੋਈ ਰਿਸਪੋਂਸੀਬਿਲਿਟੀ ਨਹੀਂ ਹੈ। We sit back wanting to be pampered and expect the government to do everything for us. ਅਸੀਂ ਚਾਹੁੰਦੇ ਹਾਂ ਕਿ ਅਸੀਂ ਬਸ ਬੈਠੇ ਰਹੀਏ, ਸਾਡਾ ਗਵਰਨਮੈਂਟ ਜਿਹੜੀ ਹੈ ਉਹੀ ਹਰ ਚੀਜ਼ ਦਾ ਧਿਆਨ ਰੱਖੇ। whilst our contribution is totally negative, ਤੇ ਸਾਡੀ ਜਿਹੜੀ ਕੰਟਰੀਬਿਊਸ਼ਨ ਆ ਉਹ ਟੋਟਲੀ ਨੈਗੇਟਿਵ ਹੁੰਦੀ ਹੈ। ਅਸੀਂ ਗੰਦ ਪਾਉਣ 'ਚ ਲੱਗ ਜਾਂਦੇ ਹਾਂ ਤੇ ਇਹ ਐਕਸਪੈਕਟ ਕਰਦੇ ਹਾਂ ਕਿ ਗਵਰਨਮੈਂਟ ਜਿਹੜੀ ਆ ਉਹ ਸਫਾਈ ਕਰੇ। We expect the government to clean up, but we are not going to stop chucking garbage all over the place. ਉਹ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਗਵਰਨਮੈਂਟ ਆ ਉਹ ਸਫਾਈ ਕਰੇ, ਪਰ ਅਸੀਂ ਗੰਦ ਪਾਉਣੋਂ ਨਹੀਂ ਹਟ ਸਕਦੇ। Nor are we going to stop to pick up a stray piece of paper and throw it in a bin. ਤੇ ਨਾ ਹੀ ਅਸੀਂ ਇੱਦਾਂ ਕਰਾਂਗੇ ਕਿ ਜੇ ਕਿਤੇ ਕੋਈ ਪੇਪਰ ਪਿਆ ਆ ਉਹਨੂੰ ਚੁੱਕ ਕੇ ਅਸੀਂ ਡਸਟਬਿਨ 'ਚ ਹੀ ਪਾ ਦਈਏ। We expect the railways to provide clean bathrooms, but we are not going to learn the proper use of bathrooms. ਉਹ ਕਹਿੰਦੇ ਅਸੀਂ ਇਹ ਤਾਂ ਕਹਿੰਦੇ ਆ ਕਿ ਰੇਲਵੇ ਜਿਹੜਾ ਆ, ਰੇਲਾਂ ਦੇ ਵਿੱਚ ਸਾਫ਼ ਬਾਥਰੂਮ ਹੋਣ, ਪਰ ਅਸੀਂ ਇਹ ਨਹੀਂ ਸਿੱਖਣਾ ਕਿ ਬਾਥਰੂਮ ਨੂੰ ਯੂਜ਼ ਕਿੱਦਾਂ ਕਰਨਾ ਹੈ। We want Indian Airlines and Air India to provide the best of food and toiletries, but we are not going to stop pilfering at the least opportunity. ਕਹਿੰਦੇ ਅਸੀਂ ਇਹ ਤਾਂ ਚਾਹੁੰਦੇ ਹਾਂ ਕਿ 에ਅਰਲਾਈਨਸ ਨੇ, ਏਅਰ ਇੰਡੀਆ ਆ, ਉਹ ਸਾਨੂੰ ਬੈਸਟ ਖਾਣਾ ਪ੍ਰੋਵਾਈਡ ਕਰੇ, ਸਾਨੂੰ ਬੈਸਟ ਸਰਵਿਸ ਪ੍ਰੋਵਾਈਡ ਕਰੇ, ਪਰ ਅਸੀਂ ਕਦੇ ਵੀ ਕੋਈ ਮੌਕਾ ਨਹੀਂ ਛੱਡਦੇ ਉੱਥੋਂ ਕੋਈ ਚੀਜ਼ ਚੁਰਾਉਣ ਦਾ। ਪਿਲਫਰਿੰਗ ਮਤਲਬ ਸਟੀਲ ਕਰਨ ਦਾ ਹੈ ਨਾ, ਚੁਰਾਉਣ ਦਾ, ਕਿ ਜਿਵੇਂ ਹੀ ਸਾਨੂੰ ਕੋਈ ਮੌਕਾ ਮਿਲਦਾ ਅਸੀਂ ਉੱਥੋਂ ਦੇ ਚਮਚ ਪਲੇਟਾਂ ਚੁਰਾ ਲੈਂਦੇ ਹਾਂ। This applies even to the staff that is known not to pass on the service to the public. ਉਹ ਕਹਿੰਦੇ ਮੈਂ ਸਿਰਫ ਪਬਲਿਕ ਨੂੰ ਨਹੀਂ ਕਹਿ ਰਿਹਾ, ਇਹ ਚੀਜ਼ਾਂ ਹੁਣ ਸਟਾਫ ਤੇ ਵੀ ਲੱਗਦੀਆਂ ਨੇ ਜਿਹੜੀਆਂ ਕਿ ਪਬਲਿਕ ਨੂੰ ਸਰਵਿਸ ਨਹੀਂ ਪ੍ਰੋਵਾਈਡ ਕਰਦੀਆਂ। When it comes to burning social issues like those related to women, dowry, girl child and others, we make loud drawing room protestations and continue to do the reverse at home. ਉਹ ਕਹਿੰਦੇ ਜਦੋਂ ਵੀ ਬਰਨਿੰਗ ਇਸ਼ੂਜ਼ ਦੀ ਗੱਲ ਆਉਂਦੀ ਆ, ਜਿਵੇਂ ਕਿ ਔਰਤਾਂ ਨਾਲ ਰਿਲੇਟਡ ਇਸ਼ੂ ਹੋ ਗਏ, ਦਾਜ ਦਹੇਜ ਦੀ ਸਮੱਸਿਆ ਹੋ ਗਈ, ਜਾਂ ਗਰਲਸ ਦੀਆਂ ਪ੍ਰੋਬਲਮਸ ਹੋ ਗਈਆਂ ਸੁਸਾਇਟੀ ਦੇ ਵਿੱਚ, ਜਦੋਂ ਇਹਨਾਂ ਦੀ ਗੱਲ ਆਉਂਦੀ ਤਾਂ ਅਸੀਂ ਡਰਾਇੰਗ ਰੂਮਸ 'ਚ ਬਹਿ ਕੇ ਲੰਬੀਆਂ ਡਿਸਕਸ਼ਨਸ ਤਾਂ ਕਰ ਲੈਂਦੇ ਹਾਂ, ਪਰ ਘਰ ਆ ਕੇ ਆਪਣੀਆਂ ਕੀਤੀਆਂ ਹੋਈਆਂ ਡਿਸਕਸ਼ਨਸ ਦਾ ਉਲਟਾ ਹੀ ਪ੍ਰੈਕਟਿਸ ਕਰਦੇ ਹਾਂ। ਆਵਰ ਐਕਸਕਿਊਜ਼, ਸਾਡਾ ਐਕਸਕਿਊਜ਼ ਕੀ ਹੁੰਦਾ ਆ ਉੱਥੇ? It's the whole system which has to change.
How will it matter if I alone forego my son's rights to dowry? ਕਿ ਫਿਰ ਐਕਸਕਿਊਜ਼ ਕੀ ਦਿੰਦੇ ਆ ਕਿ ਇਹ ਪੂਰਾ ਸਿਸਟਮ ਆ ਜਿਹੜਾ ਚੇਂਜ ਹੋਣ ਵਾਲਾ ਆ, ਸਿਰਫ ਮੇਰੇ ਚੇਂਜ ਹੋਣ ਨਾਲ ਕੁਝ ਨਹੀਂ ਹੋਣਾ, ਜਾਂ ਸਿਰਫ ਸਾਡੇ ਦਹੇਜ ਲੈਣ ਦੇ ਨਾਲ ਦਹੇਜ ਦੀ ਸਮੱਸਿਆ ਜਿਹੜੀ ਉਹ ਖਤਮ ਨਹੀਂ ਹੋ ਜਾਣੀ। ਸੋ ਹੂ ਇਜ਼ ਗੋਇੰਗ ਟੂ ਚੇਂਜ ਦ ਸਿਸਟਮ? ਫਿਰ ਸਿਸਟਮ ਨੂੰ ਚੇਂਜ ਕੌਣ ਕਰੇਗਾ? ਵਾਟ ਡਜ਼ ਦ ਸਿਸਟਮ ਕੰਸਿਸਟ ਆਫ? ਸਿਸਟਮ ਕਿੰਨਾਂ ਨੂੰ ਮਿਲਾ ਕੇ ਬਣਦਾ ਆ? ਕਿਹਦੇ ਤੋਂ ਬਣਦਾ ਆ ਸਿਸਟਮ? ਸਾਡੇ ਤੋਂ ਹੀ ਬਣਦਾ ਹੈ ਨਾ। very conveniently for us. It consists of our neighbors, our households, other citizens, other communities and the government. ਕਿੱਦਾਂ ਬਣਦਾ ਹੈ ਸਿਸਟਮ? ਸਾਨੂੰ ਮਿਲਾ ਕੇ, ਸਾਡੇ ਆਸ-ਪਾਸ ਜਿਹੜੇ ਰਹਿੰਦੇ ਨੇਬਰਸ ਉਹਨਾਂ ਨੂੰ ਮਿਲਾ ਕੇ, ਠੀਕ ਹੈ, ਸਿਟੀਜ਼ ਨੂੰ ਮਿਲਾ ਕੇ, ਬਾਕੀ ਕਮਿਊਨਿਟੀਜ਼ ਤੇ ਗਵਰਨਮੈਂਟ ਨੂੰ ਮਿਲਾ ਕੇ ਹੀ ਸਿਸਟਮ ਬਣਦਾ ਆ। ਬਟ ਡੈਫੀਨੇਟਲੀ ਨਾਟ ਮੀ ਐਂਡ ਯੂ। ਪਰ ਮੈਨੂੰ ਜਾਂ ਤੁਹਾਨੂੰ ਬਣਾ ਕੇ ਨਹੀਂ ਸਿਸਟਮ ਬਣਦਾ, ਠੀਕ ਹੈ। ਇਹੀ ਕਹਿੰਦੇ ਆਪਾਂ ਕਿ ਸਾਡੇ ਚੇਂਜ ਨਾਲ ਨਹੀਂ ਚੇਂਜ ਹੋਣੀ, ਕਿਉਂਕਿ ਅਸੀਂ ਆਪਣੇ ਆਪ ਨੂੰ ਤੇ ਸਿਸਟਮ 'ਚ ਕੰਸੀਡਰ ਹੀ ਨਹੀਂ ਕਰਦੇ, ਅਸੀਂ ਬਾਕੀਆਂ ਨੂੰ ਕੰਸੀਡਰ ਕਰਦੇ ਹਾਂ। When it comes to actually making a positive contribution to the system, we lock ourselves along with our families into safe cocoon and look into the distance at countries far away and wait for Mr. Clean to come along and work miracles for us with a majestic sweep of his hand, or we leave the country and run away. ਉਹ ਕਹਿੰਦੇ ਕਿ ਜਦੋਂ ਸਾਡੇ ਕਿਸੇ ਪੋਜ਼ਿਟਿਵ ਕੰਟਰੀਬਿਊਸ਼ਨ ਕਰਨ ਦੀ ਗੱਲ ਆਉਂਦੀ ਹੈ ਨਾ, ਅਸੀਂ ਆਪਣੇ ਆਪ ਨੂੰ ਬੰਦ ਕਰ ਲੈਂਦੇ ਹਾਂ, ਠੀਕ ਹੈ, ਆਪਣੇ ਆਪ ਨੂੰ ਕਮਰਿਆਂ ਦੇ ਵਿੱਚ ਬੰਦ ਕਰ ਲੈਂਦੇ ਆ ਤੇ ਦੂਜੀਆਂ ਕੰਟਰੀਜ਼ ਵੱਲ ਵੇਖਣਾ ਸ਼ੁਰੂ ਕਰ ਦਿੰਦੇ ਆ। ਉਹ ਕੰਟਰੀ ਕਿੰਨੀ ਵਧੀਆ, ਉਹ ਕੰਟਰੀ ਕਿੰਨੀ ਵਧੀਆ, ਆਪ ਨਹੀਂ ਕੁਝ ਵੀ ਕਰਦੇ ਤੇ ਅਸੀਂ ਵੇਟ ਕਰਦੇ ਆ ਕਿ ਕੋਈ ਮੈਜੀਕਲ ਮਿਸਟਰ ਕਲੀਨ ਆਵੇ ਤੇ ਉਹ ਕੋਈ ਜਾਦੂ ਦੀ ਛੜੀ ਘੁਮਾਵੇ ਤੇ ਸਾਰਾ ਕੁਝ ਵਧੀਆ ਹੋ ਜਾਵੇ, ਠੀਕ ਹੈ। ਜਾਂ ਤਾਂ ਅਸੀਂ ਮਿਸਟਰ ਕਲੀਨ ਦੀ ਵੇਟ ਕਰਦੇ ਆ ਜਾਂ ਫਿਰ ਅਸੀਂ ਆਪਣਾ ਦੇਸ਼ ਛੱਡ ਕੇ ਹੀ ਭੱਜ ਜਾਂਦੇ ਆ। Like lazy cowards, hounded by our fears, we run to America to bask in their glory and praise their system. ਉਹ ਕਹਿੰਦਾ ਕਿ ਅਸੀਂ ਬੜੇ ਲੇਜ਼ੀ ਆ, ਬੜੇ ਸੁਸਤ ਕੌਵਰਡ ਆ, ਠੀਕ ਹੈ, ਸਾਡੇ 'ਚ ਹਿੰਮਤ ਨਹੀਂ ਹੈਗੀ, ਅਸੀਂ ਬੜੇ ਲੇਜ਼ੀ ਆ। ਅਸੀਂ ਆਪਣੇ ਡਰ ਨੂੰ ਭਜਾਉਣ ਦੇ ਵਾਸਤੇ ਜਾਂ ਡਰ ਤੋਂ ਡਰੇ ਹੋਏ, ਠੀਕ ਹੈ, ਆਪਣੇ ਸਾਰੀਆਂ ਇਨਸਿਕਿਉਰਿਟੀਜ਼ ਤੋਂ ਡਰੇ ਹੋਏ ਅਸੀਂ ਅਮਰੀਕਾ ਚਲੇ ਜਾਂਦੇ ਆ ਤਾਂ ਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਸ਼ਾਨੋ ਸ਼ੌਕਤ ਆ ਉਹਨਾਂ ਦੀ ਪ੍ਰੇਜ਼ ਕਰ ਸਕੀਏ। When New York becomes insecure, we run to England. ਜਦੋਂ ਸਾਨੂੰ ਨਿਊਯਾਰਕ ਇਨਸਿਕਿਉਰ ਲੱਗਣ ਲੱਗ ਜਾਂਦਾ ਅਸੀਂ ਇੰਗਲੈਂਡ ਭੱਜ ਜਾਂਦੇ ਹਾਂ। When England experiences unemployment, we take the next flight out to the Gulf. ਜਦੋਂ ਸਾਨੂੰ ਇੰਗਲੈਂਡ 'ਚ ਅਨਇੰਪਲੋਇਮੈਂਟ ਬੇਰੁਜ਼ਗਾਰੀ ਦਿਖਣੀ ਸ਼ੁਰੂ ਹੁੰਦੀ ਆ ਅਸੀਂ ਅਗਲੀ ਫਲਾਈਟ ਲੈਣੇ ਤੇ ਗਲਫ ਚਲੇ ਜਾਂਦੇ ਆ। When Gulf is war stuck, ਜਦੋਂ ਗਲਫ ਦੇ ਵਿੱਚ ਵਾਰ ਲੱਗ ਜਾਂਦੀ ਹੈ, ਜੰਗ ਛਿੜ ਜਾਂਦੀ ਹੈ, we demand to be rescued and brought home by the Indian government. ਫਿਰ ਅਸੀਂ ਇੰਡੀਅਨ ਗਵਰਨਮੈਂਟ ਨੂੰ ਕਹਿੰਦੇ ਆ ਕਿ ਸਾਨੂੰ ਇੰਡੀਆ ਵਾਪਿਸ ਲੈ ਕੇ ਜਾਓ। Everybody is out to abuse and rape the country. ਸਾਰੇ ਵੀ ਜਿਹੜੇ ਲੋਕ ਨੇ ਉਹ ਸਾਰੇ ਹੀ ਬਸ ਗਾਲਾਂ ਕੱਢਣ ਨੂੰ ਤੇ ਇੰਡੀਆ ਨੂੰ ਰੇਪ ਕਰਨ ਨੂੰ ਲੱਗੇ ਹੋਏ ਨੇ। Nobody thinks of feeding the system. ਕਿਸੇ ਨੂੰ ਨਹੀਂ ਪਤਾ ਕਿ ਸਿਸਟਮ ਨੂੰ ਫੀਡ ਕਿਵੇਂ ਕਰਨਾ ਹੈ। Our conscience is mortgaged to money. ਸਾਡੀ ਜਿਹੜੀ ਸੋਚਣ ਸਮਝਣ ਦੀ ਸ਼ਕਤੀ ਹੈ ਉਹ ਅਸੀਂ ਮੌਰਗੇਜ ਮਤਲਬ ਕਿਰਾਏ ਪੈਸੇ ਨੂੰ ਦੇ ਦਿੱਤੀ ਹੈ, ਠੀਕ ਹੈ, ਵੇਚ ਦਿੱਤੀ ਹੈ, ਅਸੀਂ ਆਪਣੀ ਸੋਚਣ ਸਮਝਣ ਦੀ ਸ਼ਕਤੀ ਵੇਚ ਚੁੱਕੇ ਹਾਂ। Dear Indians, the article is highly thought inductive. ਕਹਿੰਦੇ ਕਿ ਜਿਹੜਾ ਇਹ ਆਰਟੀਕਲ ਆ ਇਹ ਬਹੁਤ ਤੁਹਾਨੂੰ ਸੋਚਾਂ 'ਚ ਪਾਉਣ ਵਾਲਾ ਆ। It calls for a great deal of introspection and pricks one's conscience too. ਉਹ ਕਹਿੰਦੇ ਕਿ ਇਹ ਜਿਹੜਾ ਆ ਤੁਹਾਨੂੰ ਅੰਦਰ ਝਾਤੀ ਮਾਰਨ ਲਈ ਮਜਬੂਰ ਕਰੂਗਾ ਤੇ ਤੁਹਾਡਾ ਜਿਹੜਾ ਸੋਚ ਆ ਉਹਨੂੰ ਉਹ ਪ੍ਰਿਕ ਵੀ ਕਰੂਗਾ, ਥੋੜਾ ਜਿਹੀ ਠੇਸ ਵੀ ਲੱਗੂਗੀ, ਤੁਹਾਨੂੰ ਕੌੜੀਆਂ ਲੱਗਣਗੀਆਂ ਗੱਲਾਂ। I am echoing JF Kennedy's words to his fellow Americans to relate to Indians. ਉਹ JF ਕੈਨੇਡੀ ਜਿਹੜੇ ਨੇ ਅਮਰੀਕਾ ਦੇ ਜਿਹੜੇ ਰਹਿ ਚੁੱਕੇ ਨੇ ਬਹੁਤ ਪ੍ਰਸਿੱਧ, ਉਹਨਾਂ ਦੇ ਕੁਝ ਵਰਡਸ ਨੂੰ ਉਹ ਇੱਥੇ ਦੁਹਰਾਉਣਾ ਚਾਹੁੰਦੇ ਨੇ। Ask what we can do for India. Ask what we can do for India and do what has to be done to make India what America and other Western countries are today. ਉਹ ਕਹਿੰਦੇ ਕਿ ਇਹ ਪੁੱਛੋ ਕਿ ਅਸੀਂ ਇੰਡੀਆ ਲਈ ਕੀ ਕਰ ਸਕਦੇ ਹਾਂ ਤੇ ਫਿਰ ਕਰੋ ਜੋ ਤੁਸੀਂ ਕਰ ਸਕਦੇ ਹੋ ਇੰਡੀਆ ਨੂੰ ਬਾਕੀ ਅਮਰੀਕਾ ਤੇ ਬਾਕੀ ਵੈਸਟਰਨ ਕੰਟਰੀਜ਼ ਦੇ ਵਰਗਾ ਬਣਾਉਣ ਦੇ ਲਈ। ਲੈਟਸ ਡੂ ਵਟ ਇੰਡੀਆ ਨੀਡਸ ਫਰੋਮ ਅਸ। ਫਿਰ ਉਹ ਕਹਿੰਦੇ ਨੇ ਕਿ ਚਲੋ ਆਪਾਂ ਉਹ ਕਰੀਏ ਜੋ ਸਾਡੇ ਦੇਸ਼ ਨੂੰ ਜ਼ਰੂਰਤ ਹੈ। ਡਾਕਟਰ APJ ਅਬਦੁਲ ਕਲਾਮ। ਸੋ ਇਹਦੇ ਨਾਲ ਹੀ
ਉਹਨਾਂ ਦੀ ਜਿਹੜੀ ਸਪੀਚ ਹੈ ਇੱਥੇ ਖਤਮ ਹੁੰਦੀ ਹੈ। ਆਈ ਹੋਪ ਕਿ ਤੁਹਾਨੂੰ ਸਮਝ ਲੱਗਾ ਹੋਏਗਾ। ਪਲੀਜ਼ ਮੈਨੂੰ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸੋ, ਜੇ ਸਮਝ ਲੱਗਾ ਤਾਂ ਵੀ ਦੱਸੋ, ਜੇ ਨਹੀਂ ਲੱਗਾ ਤਾਂ ਵੀ ਦੱਸੋ। ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਸੋ ਦੈਟ ਤੁਹਾਨੂੰ ਹੋਰ ਵੀਡੀਓਜ਼ ਵੀ ਮਿਲਦੀਆਂ ਰਹਿਣ। ਥੈਂਕ ਯੂ ਸੋ ਮਚ।